ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਅਸੀਂ ਅੱਜ ਤੁਹਾਨੂੰ ਜਿਹੜੀ ਸਾਖੀ ਸੁਣਾਉਣ ਜਾ ਰਹੇ ਹਾਂ ਉਹ ਹੈ ਰਾਏ ਬਲਵੰਡ ਤੇ ਸੱਤਾ। ਕਿਉਂ ਇਹ ਰਾਏ ਬਲਵੰਡ ਤੇ ਸੱਤਾ ਨੂੰ ਕੋੜ ਹੋ ਗਿਆ। ਕਿਸੇ ਸਿਆਣੇ ਨੇ ਆਖਿਆ ਹੈ, ਫਕੀਰਾ ਫਕੀਰੀ ਦੂਰ ਹੈ, ਜੋ ਉੱਚੀ ਲੰਮੀ ਖਜੂਰ ਚੜ੍ਹ ਜਾਏ ਤਾਂ ਪ੍ਰੇਮ ਰਸ, ਡਿੱਗ ਪਏ ਤਾਂ ਚਕਨਾਚੂਰ। ਜਿਸ ਦਾ ਸਿੱਧਾ ਭਾਵ ਇਹ ਹੈ ਕਿ ਮਨੁੱਖ ਕਈ ਵਾਰ ਕਿਸੇ ਨਾ ਕਿਸੇ ਗੁਣ ਵਿੱਚ ਪੂਰਨਤਾ ਹਾਸਲ ਕਰ ਦਿੰਦਾ ਹੈ, ਅਤੇ ਜਦੋਂ ਉਹਦੇ ਕੋਲ ਪੂਰਨਤਾ ਆ ਜਾਂਦੀ ਹੈ ਤਾਂ ਉਸਦੇ ਅੰਦਰ ਲਾਲਚ ਅਤੇ ਹੰਕਾਰ ਹੋ ਜਾਂਦਾ ਹੈ। ਇਹ ਦੋਵੇਂ ਰੋਗ ਉਸਦਾ ਅੰਤ ਕਰ ਦਿੰਦੇ ਨੇ। ਮਨੁੱਖ ਉੱਚੀ ਥਾਂ ਤੋਂ ਡਿੱਗ ਪੈਂਦਾ ਹੈ, ਮੁੜੋ ਨਾ ਧੋਬੀ ਦੇ ਕੁੱਤੇ ਵਾਂਗ ਨਾ ਘਰਦਾ ਅਤੇ ਨਾ ਘਾਟਦਾ ਰਹਿੰਦਾ ਹੈ। ਬਲਵੰਡ ਤੇ ਸੱਤਾ ਦੋ ਭਾਈ ਸਨ। ਇਹ ਜਾਤ ਦੇ ਮਰਾਸੀ ਸਨ। ਪੰਜਾਬ ਵਿੱਚ ਮਰਾਸੀ ਜਾਤ ਨੂੰ ਬਹੁਤ ਨੀਵੀਂ ਅਤੇ ਨਿਰਾਦਰੀ ਵਾਲੀ ਜਾਤ ਗਿਣਿਆ ਜਾਂਦਾ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਮਿਹਰ ਕਾਰਨ, ਕਿਉਂਕਿ ਭਾਈ ਮਰਦਾਨਾ ਜੀ ਮਰਾਸੀ ਸਨ, ਕੁਝ ਮਰਾਸੀਆਂ ਨੂੰ ਰਬਾਬੀ ਬਣਾ ਕੇ ਸਤਿਕਾਰ ਦਿਵਾਇਆ ਹੈ। ਉਹ ਸਤਿਕਾਰੇ ਅਤੇ ਵਡਿਆਏ ਹੋਏ ਮਰਾਸੀ ਗੁਰੂ ਘਰ ਵਿੱਚ ਕੀਰਤਨ ਕਰਿਆ ਕਰਦੇ ਸਨ। ਬਲਵੰਡ ਤੇ ਸੱਤਾ ਦੋਵੇਂ ਸੱਗੇ ਭਰਾ ਸੀ ਅਤੇ ਇਹ ਰਾਗ ਅਤੇ ਸਾਜ਼ਾਂ ਵਿੱਚ ਨਿਪੁੰਨ ਸਨ। ਗੁਰੂ ਦੀਆਂ ਬਰਕਤਾਂ ਤੇ ਨਾਲ ਮਨੋਹਰ ਕੀਰਤਨ ਕਰਿਆ ਕਰਦੇ ਸਨ। ਬਲਵੰਡ ਬ੍ਰਿਜ ਭਾਸ਼ਾ ਦਾ ਕਵੀ ਅਤੇ ਵਿਦਵਾਨ ਸੀ। ਇਸੇ ਵਾਸਤੇ ਗੁਰੂ ਜੀ ਨੇ ਆਪ ਨੂੰ ਰਾਏ ਦਾ ਖਿਤਾਬ ਦਿੱਤਾ ਹੋਇਆ ਸੀ। ਸੱਤਾ ਤੇ ਬਲਵੰਡ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰੀ ਕੀਰਤਨੀਏ ਸਨ। ਗੁਰੂ ਰਸ ਚੰਗਾ ਕਰਨ ਦੇ ਕਾਰਨ ਉਹਨਾਂ ਦੀ ਕੀਰਤੀ ਚੰਗੀ ਸੀ। ਕੀਰਤੀ ਦੇਖ ਕੇ ਉਹਨਾਂ ਨੂੰ ਹੰਕਾਰ ਤੇ ਲਾਲਚ ਦਾ ਰੋਗ ਲੱਗ ਗਿਆ, ਪਰ ਉਹ ਰੋਗ ਗੁਪਤ ਸੀ। ਅੰਤਰਜਾਮੀ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਇਸ ਰੋਗ ਦਾ ਹੋਰ ਕਿਸੇ ਨੂੰ ਗਿਆਨ ਨਹੀਂ ਸੀ। ਸੱਤੇ ਦੀ ਕੰਨਿਆ ਮੁਟਿਆਰ ਹੋ ਗਈ, ਉਸ ਦਾ ਵਿਆਹ ਰਚਿਆ। ਦੋਹੇ ਭਰਾਵਾਂ ਨੇ ਹੰਕਾਰ ਦੇ ਅਸਰ ਹੇਠਾਂ ਆ ਕੇ ਇਹ ਸਲਾਹ ਕੀਤੀ ਕਿ ਲੜਕੀ ਦਾ ਵਿਆਹ ਐਸੀ ਸ਼ਾਨ ਨਾਲ ਕੀਤਾ ਜਾਵੇ ਤੇ ਜੋ ਡੂਮ ਜਾਤੀ ਦੀ ਚੌਹਾਂ ਕੁੰਟਾਂ ਵਿੱਚ ਧੁੰਮਾਂ ਪੈ ਜਾਣ, ਰਾਜਿਆਂ ਵਾਂਗ ਵਡਿਆਈ ਹੋਵੇ, ਦਿੱਤ ਦਾਜ ਰੱਜ ਕੇ ਦਿੱਤਾ ਜਾਵੇ, ਬਰਾਤ ਵਿੱਚ ਸੈਂਕੜੇ ਆਦਮੀ ਸੱਦੇ ਜਾਣ, ਸ਼ਹਿਰ ਵਿੱਚ ਰੋਟੀ ਦਿੱਤੀ ਜਾਵੇ। ਪਰ ਇਸ ਸਕੀਮ ਨੂੰ ਚਾੜਨ ਵਾਸਤੇ ਮਾਇਆ ਦੀ ਲੋੜ ਸੀ। ਮਾਇਆ ਉਹਨਾਂ ਦੇ ਘਰ ਤਾਂ ਥੋੜ੍ਹੀ ਸੀ, ਗੁਰੂ ਘਰ ਵਿੱਚ ਲੱਖਾਂ ਰੁਪਏ ਰੋਜ਼ ਚੜ੍ਹਦੇ ਸਨ। ਉਹਨਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਨੂੰ ਆਖੀਏ ਕਿ ਇੱਕ ਦਿਨ ਦਾ ਚੜ੍ਹਾਵਾ ਉਹਨਾਂ ਦੀ ਕੰਨਿਆ ਦੇ ਵਿਆਹ ਵਾਸਤੇ ਦੇ ਦਿੱਤਾ ਜਾਵੇ। ਇਹ ਸਲਾਹ ਕਰਕੇ ਉਹ ਗੁਰੂ ਜੀ ਦੇ ਕੋਲ ਗਏ, ਬੇਨਤੀ ਕੀਤੀ, ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਅਸੀਂ ਕੰਨਿਆ ਦਾਨ ਕਰਨਾ ਹੈ, ਖਰਚ ਵਾਸਤੇ ਸਾਡੀ ਮਾਲੀ ਸਹਾਇਤਾ ਕਰੋ। ਰਾਏ, ਕੰਨਿਆ ਦੇ ਵਿਆਹ ਵਾਸਤੇ ਕੋਈ ਚਿੰਤਾ ਨਾ ਕਰੋ, ਗੁਰੂ ਘਰ ਦੇ ਕੀਰਤਨੀਏ ਜੇ, ਤੁਸਾਂ ਨੂੰ ਘਾਟਾ ਨਹੀਂ, ਜਿੰਨੀ ਮਾਇਆ ਦੀ ਲੋੜ ਹੈ ਉਨੀ ਸੰਗਤ ਵਿੱਚੋਂ ਮਿਲ ਜਾਵੇਗੀ। ਇਹ ਪਰਮੇਸ਼ਰ ਦੀ ਲੀਲਾ ਹੈ। ਗੁਰੂ ਜੀ ਨੇ ਬਚਨ ਕੀਤਾ, ਪਰ ਸੱਤੇ ਤੇ ਬਲਵੰਡ ਦੇ ਦਿਲਾਂ ਵਿੱਚ ਹਉਮੈ ਆ ਚੁੱਕੀ ਸੀ। ਉਹਨਾਂ ਦੇ ਰੋਗੀ ਦਿਲਾਂ ਦੇ ਬਚਨਾਂ ਉੱਤੇ ਭਰੋਸਾ ਨਾ ਕੀਤਾ, ਲਾਲਚ ਵਿੱਚ ਆ ਗਏ। ਸੋਚਿਆ ਗੁਰੂ ਜੀ ਸ਼ਾਇਦ ਥੋੜ੍ਹੇ ਰੁਪਏ ਦੇਣ, ਜੇ ਇੱਕ ਦਿਨ ਦਾ ਚੜ੍ਹਾਵਾ ਬਖਸ਼ ਦੇਣ ਤਾਂ ਵਿਆਹ ਚੰਗਾ ਹੋ ਸਕਦਾ ਹੈ, ਕਿਉਂਕਿ ਹਰ ਰੋਜ਼ 10-15 ਹਜ਼ਾਰ ਤੋਂ ਘੱਟ ਰੁਪਇਆ ਨਹੀਂ ਸੀ ਚੜ੍ਹਦਾ। ਲੀੜਿਆਂ ਦਾ ਤਾਂ ਅੰਤ ਹੀ ਨਹੀਂ ਸੀ। ਉਹਨਾਂ ਨੇ ਗੁਰੂ ਜੀ ਨੂੰ ਪ੍ਰਗਟ ਰੂਪ ਤੇ ਦਿਲ ਦਾ ਭਾਵ ਦੱਸ ਦਿੱਤਾ। ਗੁਰੂ ਜੀ ਨੇ ਹਾਂ ਕਰ ਦਿੱਤੀ। ਚੋਜੀ ਪ੍ਰੀਤਮ ਨੇ ਉਹਨਾਂ ਦਾ ਅਹੰਕਾਰ ਰੋਗ ਦਾ ਇਲਾਜ ਕਰਨਾ ਸੀ। ਮਿੱਥੇ ਦਿਨ ਸੱਤਾ ਤੇ ਬਲਵੰਡ ਕੀਰਤਨ ਕਰਨ ਲੱਗੇ। ਅੱਜ ਉਹਨਾਂ ਦਾ ਧਿਆਨ ਚੜ੍ਹਾਵੇ ਵੱਲ ਸੀ। ਜਦੋਂ ਕੋਈ ਸਿੱਖ ਆਉਂਦਾ ਤਾਂ ਦੇਖਦੇ ਉਹ ਕੀ ਚੜ੍ਹਾਉਂਦਾ ਹੈ। ਜੇ ਤਾਂ ਉਹ ਰੁਪਈਆ ਚੜ੍ਹਾਉਂਦੇ ਤਾਂ ਖੁਸ਼ ਹੋ ਜਾਂਦੇ, ਅਤੇ ਜੇ ਉਹ ਪੈਸਾ ਚੜ੍ਹਾਉਂਦੇ ਤਾਂ ਉਹਨਾਂ ਨੂੰ ਨਿਰਾਸ਼ਤਾ ਹੁੰਦੀ। ਕੀਰਤਨ ਵਿੱਚ ਨਸ ਨਹੀਂ ਸੀ, ਕਿਉਂਕਿ ਰੂਹ ਤਾਂ ਮਾਇਆ ਪਿੱਛੇ ਫਿਰਦੀ ਸੀ। ਕਿਉਂਕਿ ਜਿੱਥੇ ਲੱਭ ਹੋਵੇ ਉੱਥੇ ਪ੍ਰੇਮ ਨਹੀਂ ਹੁੰਦਾ। ਗੁਰੂ ਜੀ ਦੇ ਚੋਤ ਸਨ। ਜਿੰਨਾ ਸੱਤੇ ਬਲਵੰਡ ਦੇ ਕੀਰਤਨ ਵਿੱਚ ਰਸ ਨਹੀਂ ਸੀ, ਓਨੀ ਮਾਇਆ ਘੱਟ ਚੜ੍ਹੀ। ਜਦੋਂ ਕੀਰਤਨ ਕਰਕੇ ਉੱਠੇ ਤਾਂ ਸਾਰੀ ਚੜ੍ਹਤ ਗਿਣੀ ਗਈ। ਉਹ ਸਿਰਫ 100 ਰੁਪਏ ਸੀ। 100 ਰੁਪਏ ਨੂੰ ਦੇਖ ਕੇ ਦੋਵੇਂ ਭਰਾ ਦੰਗ ਰਹਿ ਗਏ। ਹੰਕਾਰ ਤੇ ਲਾਲਚ ਦੇ ਫੋੜੇ ਫੁੱਟ ਗਏ। ਉਹਨਾਂ ਦੀਆਂ ਜ਼ੁਬਾਨ ਰਾਹੀਂ ਪੀਕ ਨਿਕਲਣ ਲੱਗੀ। ਉਹ ਇਉਂ ਖੁਸ਼ਕ ਬੋਲੇ, ਸੋਢੀ ਸੁਲਤਾਨ, ਇਹ ਬਹੁਤ ਮਾੜੀ ਗੱਲ ਹੋਈ ਹੈ। 100 ਰੁਪਏ ਨਾਲ ਦੱਸੋ ਕੀ ਬਣੇਗਾ? ਇਹ ਤਾਂ ਬਾਲਣ ਜੋਗੇ ਵੀ ਪੈਸੇ ਨਹੀਂ। ਚੜ੍ਹਤ ਦਾ ਫੈਸਲਾ ਸੀ, ਸੋ ਪੂਰਾ ਕਰ ਦਿੱਤਾ। ਨਾਲੇ ਇਹ 100 ਲੈ ਜਾਓ, ਹੋਰ ਜੋ ਕੰਨਿਆ ਦੇ ਭਾਗ ਵਿੱਚ ਹੋਵੇਗਾ ਸੋ ਮਿਲ ਜਾਵੇਗਾ। ਜਾਓ। ਗੁਰੂ ਜੀ ਦਾ ਇਹ ਬਚਨ ਸੁਣ ਕੇ ਦੋਹਾਂ ਭਰਾਵਾਂ ਨੇ ਸਾਥ ਸਮੇਟੇ ਤੇ ਬੰਨੇ ਸੜੇ ਹੋਏ ਘਰ ਪਹੁੰਚ ਗਏ। ਘਰ ਜਾ ਕੇ ਜ਼ਬਾਨ ਨੂੰ ਨਹੀਂ ਰੋਕਿਆ। ਗੁਰੂ ਜੀ ਤੇ ਗੁਰੂ ਗੱਦੀ ਬਾਰੇ ਕੌੜੇ ਬਚਨ ਬੋਲਦੇ ਰਹੇ। ਅਗਲੀ ਸਵੇਰ ਹੋਈ। ਆਸਾ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਸੱਚੇ ਪਾਤਸ਼ਾਹ ਦਰਬਾਰ ਵਿੱਚ ਹਾਜ਼ਰ ਹੋ ਗਏ, ਪਰ ਉਹ ਦੋਨੋਂ ਚੁੱਪ ਕਰਕੇ ਮੰਜੀਆਂ ਉੱਤੇ ਲੇਟੇ ਰਹੇ। ਵੇਲੇ ਤੋਂ ਕੁਵੇਲਾ ਹੋ ਗਿਆ। ਉਹਨਾਂ ਫੈਸਲਾ ਕਰ ਲਿਆ ਕਿ ਉਹ ਕੀਰਤਨ ਕਰਨ ਨਹੀਂ ਜਾਣਗੇ। ਉੱਧਰ ਦਰਬਾਰ ਲੱਗ ਗਿਆ। ਸੋਢੀ ਸੁਲਤਾਨ ਪੰਚਮ ਪਾਤਸ਼ਾਹ ਨੇ ਉੱਥੇ ਆ ਬਰਾਜੇ। ਸੰਗਤ ਆ ਕੇ ਬੈਠ ਗਈ, ਪਰ ਕੀਰਤਨ ਨਹੀਂ ਸੀ ਹੁੰਦਾ। ਦੋਵੇਂ ਭਰਾ ਪੁੱਜੇ ਹੀ ਨਹੀਂ। ਅੰਤਰਜਾਮੀ ਤਾਂ ਜਾਣਦੇ ਸਨ, ਪਰ ਸੰਗਤਾਂ ਹੈਰਾਨ ਸੀ ਕਿ ਰਬਾਬੀ ਦਰਬਾਰ ਵਿੱਚ ਕਿਉਂ ਨਹੀਂ ਆਏ। ਗੁਰੂ ਜੀ ਦੇ ਇੱਕ ਸਿੱਖ ਨੂੰ ਭੇਜਿਆ ਕਿ ਜਾ ਕੇ ਰਬਾਬੀਆਂ ਨੂੰ ਸੱਦ ਲਿਆਇਆ ਜਾਵੇ। ਗੁਰੂ ਜਸ ਦਾ ਸ਼ਰਧਾਲੂ ਸਿੱਖ ਨੱਠਾ
ਇਕੱਠਾ ਹੋਇਆ ਸੱਤੇ ਤੇ ਬਲਵੰਡੇ ਦੇ ਘਰ ਪਹੁੰਚਾ। ਉਹਨਾਂ ਦੇ ਘਰ ਦਾ ਬੂਹਾ ਬੰਦ ਸੀ। ਜਾ ਕੇ ਆਵਾਜ਼ਾਂ ਮਾਰੀਆਂ ਤਾਂ ਸੱਤਾ ਆਇਆ। ਸੱਤੇ ਨੂੰ ਦੇਖ ਕੇ ਸਿੱਖ ਨੇ ਬੇਨਤੀ ਕੀਤੀ, ਰਾਏ ਜੀਓ ਚਲੋ, ਸੱਚੇ ਪਾਤਸ਼ਾਹ ਸੱਦਦੇ ਹਨ, ਦਰਬਾਰ ਵਿੱਚ ਚਲੋ, ਕੀਰਤਨ ਦਾ ਵੇਲਾ ਹੈ। ਇਹ ਸੁਨੇਹਾ ਸੁਣ ਕੇ ਸੱਤੇ ਦਾ ਦਿਲ ਧੜਕਣ ਲੱਗ ਪਿਆ। ਉਹ ਪਾਗਲਾਂ ਵਾਂਗ ਕਾਲੀ ਕਾਲੀ ਆਖਣ ਲੱਗ ਪਿਆ, ਅਸੀਂ ਨਹੀਂ ਜਾਣਾ, ਸਾਨੂੰ ਇਸ ਗੁਰੂ ਕੋਲੋਂ ਕੋਈ ਲਾਭ ਨਹੀਂ। ਕੱਲ੍ਹ 100 ਰੁਪਇਆ ਦੇ ਕੇ ਟਰਕਾ ਦਿੱਤਾ। ਜੇ ਅਸਾਂ ਚੜ੍ਹਤ ਲੈਣੀ ਸੀ ਤਾਂ ਮਸੰਦਾਂ ਰਾਹੀਂ ਸੰਗਤਾਂ ਨੂੰ ਅਖਵਾ ਦਿੱਤਾ ਕਿ ਭੇਟਾਂ ਨਾ ਦਿਓ। ਜੇ ਗੁਰੂ ਈਰਖਾ ਕਰਦਾ ਹੈ ਤਾਂ ਸਾਨੂੰ ਕੀਰਤਨ ਕਰਨ ਦਾ ਕੀ ਲਾਭ? ਨਾਲੇ ਅਸੀਂ ਰਬਾਬੀ ਹਾਂ, ਜਿਸ ਵੀ ਸੋਢੀ ਜਾਂ ਬੇਦੀ ਦੇ ਅੱਗੇ ਕੀਰਤਨ ਕਰਾਂਗੇ ਉਹ ਗੁਰੂ ਬਣ ਜਾਵੇਗਾ। ਸੰਗਤਾਂ ਉਸੇ ਨੂੰ ਮੱਥਾ ਟੇਕਣ ਲੱਗ ਪੈਣਗੀਆਂ। ਜਾਓ ਆਖੋ ਉਹ ਨਹੀਂ ਆਉਂਦੇ। ਇਹ ਆਖ ਕੇ ਸੱਤੇ ਨੇ ਬੂਹਾ ਬੰਦ ਕਰ ਦਿੱਤਾ। ਸਿੱਖ ਹੈਰਾਨ ਤੇ ਚੁੱਪ ਗੁਰੂ ਜੀ ਦੇ ਦਰਬਾਰ ਵਿੱਚ ਮੁੜ ਆ ਹਾਜ਼ਰ ਹੋਇਆ। ਉਸਨੇ ਸੱਤੇ ਦੇ ਸਾਰੇ ਬੋਲ ਗੁਰੂ ਜੀ ਦੇ ਹਜ਼ੂਰੀ ਵਿੱਚ ਸਾਰੇ ਸੁਣਾ ਦਿੱਤੇ। ਦਇਆ ਦੇ ਸਾਗਰ, ਨਿਮਰਤਾ ਦੇ ਪਰਬਤ ਸੱਚੇ ਪਾਤਸ਼ਾਹ ਨਿੰਦਾ ਸੁਣ ਕੇ ਘਬਰਾਏ ਨਹੀਂ। ਭਾਈ ਗੁਰਦਾਸ ਜੀ ਨੂੰ ਆਖਣ ਲੱਗੇ, ਭਾਈ ਸਾਹਿਬ ਆਪ ਪਧਾਰੀਏ, ਗੁਰੂ ਘਰ ਦੇ ਰਬਾਬੀਆਂ ਨੂੰ ਸਤਿਕਾਰ ਨਾਲ ਦਰਬਾਰ ਵਿੱਚ ਲਿਆਈਏ। ਉਹ ਭੁੱਲ ਕੇ ਕ੍ਰੋਧ ਕਰ ਬੈਠੇ ਨੇ। ਗੁਰੂ ਘਰ ਵਿੱਚ ਕਿਸੇ ਗੱਲ ਦੀ ਥੋੜ ਨਹੀਂ। ਉਹਨਾਂ ਦੀ ਕੰਨਿਆ ਦਾ ਵਿਆਹ ਐਸਾ ਹੀ ਹੋਵੇਗਾ ਜੈਸਾ ਉਹ ਚਾਹੁੰਦੇ ਨੇ। ਉਹਨਾਂ ਨੂੰ ਹਉਮੈ ਰੋਗ ਦੁਖੀ ਕਰ ਰਿਹਾ ਹੈ। ਭਾਈ ਗੁਰਦਾਸ ਜੀ ਸੱਤੇ ਤੇ ਬਲਵੰਡ ਦੇ ਘਰ ਨੂੰ ਪੁੱਜੇ। ਅਨਿਮਰਤਾ ਦੀ ਹੱਦ ਹੋ ਗਈ। ਮਰਾਸੀਆਂ ਨੂੰ ਮਨਾਉਣ ਵਾਸਤੇ ਉਸ ਸਮੇਂ ਦੇ ਮਹਾਂਵਿਦਵਾਨ ਤੇ ਕਵੀ ਜਾ ਰਹੇ ਸਨ। ਉਹ ਵੀ ਨੰਗੇ ਪੈਰੀ। ਭਾਈ ਜੀ ਬੂਹੇ ਪੁੱਜ ਕੇ ਚੋਖਾ ਚਿਰ ਆਵਾਜ਼ਾਂ ਮਾਰਦੇ ਰਹੇ। ਸਾਰੇ ਟੱਬਰ ਨੇ ਆਵਾਜ਼ਾਂ ਸੁਣੀਆਂ ਪਰ ਰਾਏ ਬਲਵੰਡ ਨਹੀਂ ਆਏ। ਭਾਈ ਸਾਹਿਬ ਨੂੰ ਦੇਖ ਕੇ ਉਹ ਵੀ ਪੁੱਠਾ ਹੀ ਬੋਲਿਆ, ਜਾਓ ਆਪ ਕੀਰਤਨ ਕਰ ਲਵੋ, ਅਸਾਂ ਨਹੀਂ ਜਾਣਾ। ਇੱਕ ਵਾਰ ਜੋ ਆਖ ਭੇਜਿਆ ਘੜੀ ਮੁੜੀ ਆਉਣ ਦਾ ਕੀ ਮਤਲਬ ਹੈ? ਪਿੱਛਾ ਛੱਡੋ, ਕੱਲ੍ਹ ਅਸੀਂ ਸ਼ਹਿਰੋਂ ਹੀ ਚਲੇ ਜਾਵਾਂਗੇ। ਭਾਈ ਗੁਰਦਾਸ ਜੀ ਨੇ ਬੜੀ ਹਲੀਮੀ ਤੇ ਪਿਆਰ ਦੇ ਲਹਿਜੇ ਵਿੱਚ ਸਮਝਾਇਆ, ਰਾਏ ਜੀ ਕ੍ਰੋਧ ਕਰਨਾ ਠੀਕ ਨਹੀਂ, ਆਪ ਚਲੀਏ, ਗੁਰੂ ਜਸ ਕੀਰਤਨ ਕਰੀਏ। ਮਾਇਆ ਦੇ ਕਾਰਨ ਗੁਰੂ ਪੀਰਾਂ ਨਾਲ ਵਿਗਾੜਨੀ ਨਹੀਂ ਚਾਹੀਦੀ। ਤੁਸਾਂ ਦੀ ਕੰਨਿਆ ਅਸਾਂ ਦੀ ਵੀ ਕੰਨਿਆ ਹੈ। ਜਿਵੇਂ ਆਖੋਗੇ ਤਿਵੇਂ ਹੀ ਸ਼ਾਨ ਨਾਲ ਵਿਆਹ ਹੋ ਜਾਵੇਗਾ। ਚਲੋ ਕ੍ਰੋਧ ਨੂੰ ਮਾਰੋ। ਜਦੋਂ ਕਿਸੇ ਦੇ ਮਾੜੇ ਦਿਨ ਹੋਣ ਤਦੋਂ ਉਸਦੀ ਕਿਸੇ ਦੀਆਂ ਚੰਗੀਆਂ ਗੱਲਾਂ ਵੀ ਮਾੜੀਆਂ ਹੀ ਪ੍ਰਤੀਤ ਹੁੰਦੀਆਂ ਹਨ। ਉਹ ਕਿਸੇ ਮਹਾਂਪੁਰਸ਼ ਦੇ ਉਪਦੇਸ਼ ਵੱਲ ਵੀ ਕੰਨ ਨਹੀਂ ਕਰਦਾ। ਰਾਏ ਬਲਵੰਡ ਨੇ ਇੱਕ ਨਾ ਸੁਣੀ, ਅੰਦਰ ਨੂੰ ਚਲਿਆ ਗਿਆ। ਭਾਈ ਗੁਰਦਾਸ ਜੀ ਵਾਪਿਸ ਮੁੜ ਆਏ। ਗੁਰੂ ਜੀ ਆਪ ਚੰਦਨ ਚੌਂਕੀ ਵਾਲੇ ਸਿੰਘਾਸਨ ਤੋਂ ਉੱਠੇ। ਜਗਤ ਦਾ ਉਧਾਰ ਕਰਨ ਵਾਲੇ ਉਹ ਮਰਾਸੀਆਂ ਦੇ ਘਰ ਨੂੰ ਤੁਰ ਪਏ। ਸੰਗਤ ਦੇ ਨਾਲ ਜਾਣਾ ਚਾਹਿਆ ਪਰ ਗੁਰੂ ਜੀ ਨੇ ਸਭ ਨੂੰ ਰੋਕ ਦਿੱਤਾ। ਉਹਨਾਂ ਕਿਹਾ, ਭਾਈ ਗੁਰਦਾਸ ਜੀ ਤੋਂ ਬਿਨਾਂ ਉਹ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਗੇ। ਉਹ ਸੱਤੇ ਦੇ ਬਲਵੰਡੇ ਦੇ ਘਰ ਪੁੱਜੇ ਤਾਂ ਉਹਨਾਂ ਦੇ ਘਰ ਦਾ ਬੂਹਾ ਆਪੇ ਹੀ ਖੁੱਲ੍ਹ ਗਿਆ। ਆਵਾਜ਼ਾਂ ਮਾਰਨ ਦੀ ਲੋੜ ਹੀ ਨਾ ਰਹੀ। ਅੰਦਰ ਲੰਘ ਗਏ। ਅੱਗੇ ਸੱਤਾ ਤੇ ਬਲਵੰਡ ਮੰਜੀਆਂ ਉੱਤੇ ਬੈਠੇ ਸਨ। ਉਹਨਾਂ ਨੇ ਅੱਗੋਂ ਉੱਠ ਕੇ ਗੁਰੂ ਜੀ ਦਾ ਸਤਿਕਾਰ ਨਾ ਕੀਤਾ। ਜ਼ਬਾਨੋਂ ਵੀ ਜੀ ਆਇਆਂ ਨੂੰ ਨਹੀਂ ਆਖਿਆ। ਘਰ ਦੇ ਬਾਕੀ ਜੀਅ ਵੀ ਚੁੱਪ ਰਹੇ। ਗੁਰੂ ਜੀ ਨੇ ਦੋਹਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ, ਚਲੋ ਭਾਈ ਕੀਰਤਨ ਕਰੋ, ਸੰਗਤਾਂ ਉਡੀਕ ਰਹੀਆਂ ਨੇ। ਜੇ ਕੋਈ ਰੋਸ ਹੋਵੇਗਾ ਤਾਂ ਉਹ ਮੇਰੇ ਨਾਲ, ਗੁਰੂ ਘਰ ਨਾਲ ਕੀ ਰੋਸ? ਸ਼ਬਦ ਦੇ ਸੇਵਕਾਂ ਨੂੰ ਗੁੱਸੇ ਹੋਣਾ ਨਹੀਂ ਸੋਭਦਾ। ਚਲੋ ਕੀਰਤਨ ਕਰੋ। ਰਾਏ ਬਲਵੰਡ ਕ੍ਰੋਧ ਨਾਲ ਬੋਲਿਆ, ਅਸਾਂ ਨਹੀਂ ਜਾਣਾ। ਅਸੀਂ ਤੁਸਾਂ ਨੂੰ ਗੁਰੂ ਬਣਾਉਣ ਦਾ ਯਤਨ ਕੀਤਾ। ਸਾਡੇ ਕੀਰਤਨ ਕਰਨ ਕਰਕੇ ਹੀ ਲੋਕ ਆਉਂਦੇ ਨੇ, ਪਰ ਤੁਸਾਂ ਧੋਖਾ ਕੀਤਾ। ਸੰਗਤ ਨੂੰ ਰੋਕ ਦਿੱਤਾ ਕਿ ਭੇਟਾਂ ਨਾ ਚਾੜਨ। ਜਾਓ ਜਾ ਕੇ ਹੋਰ ਕਿਸੇ ਕੋਲੋਂ ਕੀਰਤਨ ਕਰਾ ਲਵੋ। ਅਸੀਂ ਕਿਸੇ ਹੋਰ ਸੋਢੀ ਅੱਗੇ ਜਾ ਕੀਰਤਨ ਕਰਾਂਗੇ। ਉਸੇ ਨੂੰ ਗੁਰੂ ਬਣਾ ਦਿਆਂਗੇ। ਜਿੱਥੇ ਕਦਰ ਨਾ ਹੋਵੇ ਉੱਥੇ ਰਹਿਣਾ ਚੰਗਾ ਨਹੀਂ। ਗੁਰੂ ਨਾਨਕ ਕੋਲ ਜੇ ਮਰਦਾਨਾ ਨਾ ਹੁੰਦਾ ਤਾਂ ਉਸਨੂੰ ਗੁਰੂ ਕਿਸਨੇ ਆਖਣਾ ਸੀ? ਗੁਰੂ ਅੰਗਦ ਦੇਵ ਜੀ ਤੇ ਤੁਸਾਂ ਦੇ ਪਿਤਾ ਨੂੰ ਜੇਕਰ ਗੁਰੂ ਪ੍ਰਗਟ ਕਰਨ ਵਾਲੇ ਹਾਂ ਤਾਂ ਅਸਾਂ ਹੀ ਹਾਂ। ਹੁਣ ਅਸਾਂ ਨੂੰ ਜੇ ਤੁਸੀਂ ਨਹੀਂ ਭੇਜਦੀ, ਕੋਈ ਹੋਰ ਪ੍ਰਬੰਧ ਕਰ ਲਵੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਫਿੱਕੇ ਬਚਨ ਸੁਣੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਨਿੰਦਾ ਸੁਣੀ ਤਾਂ ਉਹ ਕ੍ਰੋਧਵਾਨ ਹੋ ਗਏ। ਉਸੇ ਵੇਲੇ ਆਖਿਆ, ਸੱਤਿਆ ਤੇ ਬਲਵੰਡਾ ਤੁਸੀਂ ਫਿੱਟ ਗਏ ਜੇ। ਇਹ ਫਟੇਵਾ ਤੁਸਾਂ ਨੂੰ ਤੰਗ ਕਰੇਗਾ। ਇਹ ਬਚਨ ਕਰਕੇ ਗੁਰੂ ਜੀ ਵਾਪਸ ਮੁੜ ਆਏ। ਰਾਹ ਵਿੱਚ ਕਿਸੇ ਨਾਲ ਕੋਈ ਬਚਨ ਨਹੀਂ ਕੀਤਾ। ਮੇਰਾਂ ਦੇ ਦਾਤੇ ਦਰਬਾਰ ਵਿੱਚ ਪੁੱਜੇ। ਦੋਹੋਂ ਸਿੱਖਾਂ ਵੱਲ ਇਸ਼ਾਰਾ ਕਰਕੇ ਆਖਿਆ, ਤੁਸੀਂ ਦੋਨੋਂ ਕੀਰਤਨ ਕਰੋ, ਚੁੱਕੋ ਸਾਜ਼ ਵਜਾਓ, ਗੁਰੂ ਜਸ ਕਰੋ। ਅੱਜ ਤੋਂ ਮੇਰੇ ਸਿੱਖ ਗੁਰੂ ਜਸ ਕਰਨਗੇ। ਡੂਮ ਫਿੱਟ ਗਏ ਨੇ। ਗੁਰੂ ਜਸ ਵਾਸਤੇ ਮੇਰਾ ਸਿੱਖ ਕਿਸੇ ਦਾ ਆਸਰਾ ਨਹੀਂ ਲਏਗਾ। ਸ਼ੁਰੂ ਕਰੋ। ਸਤਿਗੁਰੂ ਜੀ ਨੇ ਇਸ਼ਾਰਾ ਕਰਨ ਦੀ ਢਿੱਲ ਸੀ ਕਿ ਦੋਹਾਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ। ਸਾਜ਼ ਵੱਜੇ, ਰਾਗ ਗਾਇਆ ਗਿਆ, ਸ਼ਬਦ ਪੜ੍ਹੇ ਗਏ। ਐਸਾ ਆਨੰਦ ਵੱਜਾ ਕਿ ਸੰਗਤ ਵਿੱਚੋਂ ਇਹ ਕੋਈ ਨਾ ਜਾਣ ਸਕਿਆ ਕਿ ਜੋ ਕੀਰਤਨ ਕਰਦੇ ਹਨ ਉਹਨਾਂ ਨੂੰ ਰਾਗਾਂ ਦੀ ਸਮਝ ਨਹੀਂ। ਉਹਨਾਂ ਦਾ ਗੰਧਰਵ ਜਾਪਣ ਲੱਗੇ। ਉਸ ਦਿਨ ਤੋਂ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਫਿਟਕਾਰ ਆਏ। ਜਦੋਂ ਗੁਰੂ ਜੀ ਨੇ ਫਿਟਕਾਰ ਦਿੱਤਾ ਤਾਂ ਮੱਥੇ ਕੌਣ ਲਾਵੇ? ਜਿੱਧਰ ਉਹ ਜਾਂਦੇ ਲੋਕ ਅੱਗੋਂ ਪਾਸੇ ਹੋ ਜਾਂਦੇ। ਘਰਾਂ ਦੇ ਬੂਹੇ ਵੱਜ ਜਾਂਦੇ। ਬੱਚੇ ਰੌਲਾ ਪਾਉਣ ਲੱਗ ਜਾਂਦੇ। ਗੁਰੂ ਜੀ ਦੇ ਫਿਟਕਾਰੇ ਹੋਏ ਆਏ ਨੇ।
ਜੋ ਪੂੰਜੀ ਕੋਲ ਸੀ ਉਹ ਖਾਂਦਿਆਂ ਹੋਇਆਂ ਮੁੱਕ ਗਈ। ਕਈ ਗੁਰੂ ਨਿੰਦਕਾਂ ਨੇ ਧੀਰ ਮਲੀਆਂ ਸੋਢੀਆਂ ਕੋਲ ਗਏ, ਪਰ ਕਿਸੇ ਨੇ ਉਹਨਾਂ ਨੂੰ ਆਸਰਾ ਨਾ ਦਿੱਤਾ। ਉਹ ਭੁੱਖੇ ਮਰਨ ਲੱਗੇ। ਉਦਾਲੇ ਦੇ ਲੀੜੇ ਪਾਟ ਗਏ। ਘਰ ਦੇ ਜੀਅ ਭੁੱਖ ਨਾਲ ਮਰਨ ਲੱਗੇ। ਉਹਨਾਂ ਨੂੰ ਕੁਝ ਨਹੀਂ ਸੀ ਸੁੱਝਦਾ ਕਿ ਕੀ ਕਰਨ। ਹੌਲੀ ਹੌਲੀ ਤਨ ਵੀ ਫਿੱਟਣ ਲੱਗੇ। ਮਾਮੂਲੀ ਫੋੜੇ ਵੱਡੇ ਜ਼ਖਮ ਬਣ ਗਏ। ਉਹਨਾਂ ਨੂੰ ਕੋੜ ਹੋ ਗਿਆ। ਇੱਕ ਢਿੱਡੋਂ ਭੁੱਖੇ, ਦੂਸਰਾ ਤਨ ਨੂੰ ਕੋੜ। ਉਹ ਅੱਤ ਦੁਖੀ ਹੋਣ ਲੱਗੇ। ਗੁਰੂ ਅਰਜਨ ਦੇਵ ਜੀ ਦਾ ਅਪਮਾਨ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਗੁਰੂ ਰਾਮਦਾਸ ਜੀ ਤੱਕ ਦੀ ਨਿੰਦਿਆ ਕੀਤੀ। ਨਰਕ ਦੇ ਭਾਗੀ ਹੋਣਾ ਸੀ। ਨਰਕ ਵੀ ਇਸ ਜਗਤ ਦਾ ਹੀ ਭੋਗਣ ਲੱਗੇ। ਉਹਨਾਂ ਦੇ ਗੁਆਂਢੀ ਵੀ ਤੰਗ ਹੋ ਗਏ। ਉਹਨਾਂ ਨੂੰ ਬਦਬੂ ਤੰਗ ਕਰਨ ਲੱਗੀ। ਸੱਤਾ ਤੇ ਬਲਵੰਡ ਘਰੋਂ ਬਾਹਰ ਨਾ ਨਿਕਲਦੇ। ਆਪਣੀ ਕਿਸਮਤ ਨੂੰ ਪੱਕੇ ਜਿੰਦਰੇ ਵੱਜੇ ਦੇਖ ਕੇ ਸੱਤਾ ਤੇ ਬਲਵੰਡ ਕੁਰਲਾ ਉੱਠੇ। ਰਾਗ ਤੇ ਗਿਆਨ ਉਹਨਾਂ ਕੋਲੋਂ ਚਲੇ ਗਏ। ਨਿਰਾਦਰ ਹੀ ਨਿਰਾਦਰ ਉਹਨਾਂ ਕੋਲ ਪਰਛਾਵੇਂ ਵਾਂਗ ਰਹਿੰਦਾ। ਉਹਨਾਂ ਨੂੰ ਆਪਣੀ ਭੁੱਲ ਦਾ ਗਿਆਨ ਹੋ ਗਿਆ। ਆਪਣੇ ਮੂੰਹ ਉੱਤੇ ਆਪ ਹੀ ਚਪੇੜਾ ਮਾਰਨ ਲੱਗੇ। ਗੁਰੂ ਨਿੰਦਕ ਨੂੰ ਕਿਤੇ ਢੋਈ ਨਹੀਂ ਮਿਲਦੀ। ਦਰਗਾਹੋਂ ਤਿਰਕਾਰੇ ਗਏ। ਉਹ ਰੋ ਰੋ ਇਹ ਆਖਣ ਲੱਗੇ, ਕੋਈ ਸਾਨੂੰ ਗੁਰੂ ਜੀ ਪਾਸ ਲੈ ਚੱਲੇ, ਕੋਈ ਸਾਡਾ ਵਿਚੋਲਾ ਬਣੇ। ਅਸੀਂ ਭੁੱਲ ਗਏ, ਅਸੀਂ ਪਾਪੀ ਮਹਾਂ ਕੋਹੜੀ। ਸਾਡੀ ਫਰਿਆਦ ਕੋਈ ਸੁਣੇ, ਪਰ ਸੁਣੇ ਕੌਣ। ਉਹ ਆਪਣੇ ਕੋਠੇ ਉੱਤੇ ਚੜ੍ਹ ਜਾਂਦੇ ਤੇ ਉਹ ਕੂਕਦੇ ਰਹਿੰਦੇ। ਇਉਂ ਕੂਕਦਿਆਂ ਕੂਕਦਿਆਂ ਆਪਣੇ ਆਪ ਨੂੰ ਉਹਨਾਂ ਨੂੰ ਚੇਤਾ ਆ ਗਿਆ ਕਿ ਲਾਹੌਰ ਵਿੱਚ ਭਾਈ ਲੱਦਾ ਜੀ ਪਰਉਪਕਾਰੀ ਹਨ। ਉਹਨਾਂ ਨੂੰ ਮਿਲ ਕੇ ਤਰਲਾ ਕੀਤਾ ਜਾਵੇ ਤਾਂ ਉਹ ਜ਼ਰੂਰ ਵਿਚੋਲੇ ਬਣਨ ਨੂੰ ਤਿਆਰ ਹੋ ਜਾਣਗੇ। ਉਹਨਾਂ ਦੀ ਬੇਨਤੀ ਨੂੰ ਗੁਰੂ ਜੀ ਵੀ ਪ੍ਰਵਾਨ ਕਰ ਲੈਣਗੇ। ਇਹੋ ਜੀਵਨ ਕਿਰਨ ਉਹਨਾਂ ਨੂੰ ਦਿਸੀ। ਬਸ ਨੰਗੀ ਪੈਰੀ ਘਰੋਂ ਲਾਹੌਰ ਨੂੰ ਤੁਰ ਪਏ। 35 ਮੀਲ ਪੈਂਡਾ ਸਵੇਰ ਤੋਂ ਤੁਰੇ ਹੋਏ ਸ਼ਾਮ ਨੂੰ ਲਾਹੌਰ ਪੁੱਜ ਗਏ। ਭਾਈ ਲੱਦਾ ਜੀ ਦੇ ਘਰ ਪੁੱਜੇ। ਜਦੋਂ ਭਾਈ ਜੀ ਦੀਆਂ ਨੂੰਹਾਂ ਤੇ ਧੀਆਂ ਨੂੰ ਪਤਾ ਲੱਗਾ ਕਿ ਗੁਰੂ ਫਿਟਕਾਰੇ ਆਏ ਹਨ ਤਾਂ ਉਹਨਾਂ ਨੇ ਬਾਹਰਲਾ ਬੂਹਾ ਬੰਦ ਕਰ ਦਿੱਤਾ। ਉਸ ਵੇਲੇ ਭਾਈ ਲੱਦਾ ਜੀ ਘਰ ਹੀ ਸਨ। ਗਲੀ ਵਿੱਚ ਸੱਤਾ ਤੇ ਬਲਵੰਡ ਕੂਕਣ ਲੱਗੇ, ਤਰਲੇ ਕੱਢਣ ਲੱਗੇ, ਭਾਈ ਲੱਦਾ ਜੀ ਆਪ ਪਰਉਪਕਾਰੀ ਜੇ। ਅਸਾਂ ਪਾਪੀਆਂ ਨਿੰਦਕਾਂ ਮਹਾਂ ਹੱਤਿਆਰਾਂ ਉੱਤੇ ਦਇਆ ਕਰੋ। ਅਸੀਂ ਭੁੱਲੇ ਪਿਤਾ ਜੀ ਮਿਹਰ ਕਰੋ। ਸਾਡੇ ਵਿਚੋਲੇ ਬਣੋ। ਗੁਰੂ ਜੀ ਨਾਲ ਮੇਲ ਕਰਾਓ। ਅਸੀਂ ਭੁੱਲਾਂ ਬਖਸ਼ੀਆਂ। ਗੁਰੂ ਬਖਸ਼ਣਹਾਰ ਹੈ। ਭਾਈ ਜੀ ਤੁਸਾਂ ਬਿਨਾਂ ਸਾਡੇ ਰੋਗ ਦਾ ਇਲਾਜ ਕਿਸੇ ਨਹੀਂ ਕਰਨਾ। ਮੇਰਾ ਕਰੋ। ਪਰਉਪਕਾਰੀਆਂ ਸਾਡੀ ਫਰਿਆਦ ਸੁਣੋ। ਸਾਡੇ ਤਰਲੇ ਵੱਲ ਧਿਆਨ ਕਰੋ। ਅਸੀਂ ਪਾਪੀ ਹਾਂ, ਅਸੀਂ ਕੋੜੀ, ਫਿਟਕਾਰੇ ਹੋਏ, ਤਿਰਕਾਰੇ ਹੋਏ ਤੇਰੇ ਦਰ ਤੇ ਆ ਕੇ ਰੋਂਦੇ ਹਾਂ। ਭਾਈ ਲੱਦਾ ਜੀ ਨੂੰ ਤਰਸ ਆ ਗਿਆ। ਬੂਹਾ ਖੋਲ੍ਹਿਆ ਤੇ ਸੱਤੇ ਤੇ ਬਲਵੰਡ ਦੇ ਸਨਮੁਖ ਹੋ ਕੇ ਬੋਲੇ, ਜਾਓ ਘਰ, ਮੈਂ ਕੱਲ੍ਹ ਆਵਾਂਗਾ। ਗੁਰੂ ਜੀ ਕੋਲੋਂ ਤੁਹਾਡੇ ਬਦਲੇ ਖਿਮਾ ਦਾ ਦਾਨ ਮੰਗਾਂਗਾ। ਜਾਓ। ਭਾਈ ਲੱਦਾ ਜੀ ਦੀ ਜ਼ਬਾਨੋਂ ਇਹ ਬਚਨ ਸੁਣ ਕੇ ਦੋਵੇਂ ਭਰਾ ਭਾਈ ਲੱਦਾ ਜੀ ਦੀ ਉਸਤਤ ਕਰਦੇ ਹੋਏ ਵਾਪਸ ਮੁੜ ਆਏ। ਉੱਧਰ ਸਵੇਰ ਹੋਈ ਤਾਂ ਭਾਈ ਲੱਦਾ ਜੀ ਪਰਉਪਕਾਰੀ ਨੇ ਪਰਉਪਕਾਰ ਕਰਨ ਦਾ ਹੌਸਲਾ ਕਰ ਲਿਆ। ਇਹੋ ਜਿਹਾ ਹੌਸਲਾ ਕੋਈ ਵਿਰਲਾ ਹੀ ਕਰ ਸਕਦਾ ਹੈ। ਗੁਰੂ ਜੀ ਦਾ ਹੁਕਮ ਸੀ ਕਿ ਜੋ ਸੱਤੇ ਬਲਵੰਡ ਦੀ ਗੱਲ ਕਰੇ ਉਸਨੂੰ ਨਸ਼ਰ ਹੋਣਾ ਪਵੇਗਾ। ਨਸ਼ਰ ਹੋਣਾ ਉਸ ਵੇਲੇ ਇੱਕ ਕਿਸਮ ਦੀ ਸਜ਼ਾ ਸੀ। ਭਾਈ ਲੱਦਾ ਜੀ ਨੇ ਕਿਹਾ ਕਿ ਉਹ ਘਰੋਂ ਹੀ ਨਸ਼ਰ ਹੋ ਕੇ ਚੱਲਦੇ ਹਨ। ਉਹਨਾਂ ਨੇ ਖੋਤਾ ਮੰਗਵਾ ਲਿਆ। ਉਸਨੂੰ ਟਾਕੀਆਂ ਦੀ ਲਗਾਮ ਪਾਈ। ਉੱਪਰ ਪਾਟੀ ਜਿਹੀ ਗੋਦੜੀ ਸੁੱਟ ਕੇ ਆਪ ਉਸ ਖੋਤੇ ਉੱਤੇ ਚੜ੍ਹ ਬੈਠੇ। ਪਿੰਡੇ ਨੂੰ ਸਵਾਹ ਤੇ ਕਾਲਖ ਮਲ ਲਈ। ਮੂੰਹ ਕਾਲਾ ਕਰ ਲਿਆ। ਇਹ ਨਸ਼ਰ ਹੋਣ ਦਾ ਢੰਗ ਸੀ। ਸਾਰੇ ਸ਼ਹਿਰ ਵਿੱਚ ਰੌਲਾ ਮਚ ਗਿਆ ਕਿ ਭਾਈ ਲੱਦਾ ਜੀ ਕਿਉਂ ਨਸ਼ਰ ਹੋ ਰਹੇ ਹਨ। ਬੱਚੇ ਉਦਾਲੇ ਆ ਗਏ। ਕੋਈ ਹੱਸਦਾ, ਕੋਈ ਤਾਲੀਆਂ ਮਾਰਦਾ। ਭਾਈ ਲੱਦਾ ਜੀ ਪਿੱਛੇ ਜਲੂਸ ਜਿਹਾ ਬਣ ਗਿਆ। ਲਾਹੌਰ ਦੇ ਸ਼ਾਲਾਮਾਰ ਬਾਗ ਤੱਕ ਚੋਖੀ ਭੀੜ ਨਾਲ ਆਈ। ਹੌਲੀ ਹੌਲੀ ਦੂਸਰੇ ਦਿਨ ਭਾਈ ਲੱਦਾ ਜੀ ਸ਼੍ਰੀ ਅੰਮ੍ਰਿਤਸਰ ਪੁੱਜੇ। ਸਿੱਖਾਂ ਨੇ ਗੁਰੂ ਜੀ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਭਾਈ ਲੱਦਾ ਜੀ ਪਰਉਪਕਾਰੀ ਨਸ਼ਰ ਹੋ ਕੇ ਆ ਰਹੇ ਹਨ। ਉਹਨਾਂ ਡਾਢਾ ਹੀ ਭੈੜਾ ਸਾਂਗ ਬਣਾਇਆ ਹੋਇਆ ਹੈ। ਅੰਤਰਜਾਮੀ ਸੱਚੇ ਪਾਤਸ਼ਾਹ ਜਾਣ ਗਏ ਕਿ ਪਰਉਪਕਾਰੀ ਕਿਉਂ ਨਸ਼ਰ ਹੋਏ ਹਨ। ਗੁਰੂ ਜੀ ਸਿੰਘਾਸਨ ਤੋਂ ਉੱਠੇ। ਸ਼੍ਰੀ ਦਰਬਾਰ ਸਾਹਿਬ ਤੋਂ ਰੱਤਾ ਅੱਗੇ ਹੋ ਕੇ ਭਾਈ ਲੱਦਾ ਜੀ ਨੂੰ ਮਿਲਣ ਵਾਸਤੇ ਖਲੋ ਗਏ। ਸਿੱਖ ਤੇ ਸਿੱਖੀ ਸਿਦਕ ਦੇ ਪਰਉਪਕਾਰ ਕਰਨ ਦੀ ਰੂਹ ਨੇ ਗੁਰੂ ਜੀ ਨੂੰ ਸਿੰਘਾਸਨ ਤੋਂ ਉਠਾ ਦਿੱਤਾ। ਭਾਈ ਲੱਦਾ ਜੀ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਪੁੱਜ ਕੇ ਖੋਤੇ ਤੋਂ ਉਤਰੇ। ਪੈਦਲ ਅੱਗੇ ਨੂੰ ਚੱਲ ਪਏ। ਅੱਗੇ ਸੰਗਤ ਸਮੇਤ ਗੁਰੂ ਜੀ ਖਲੋਤੇ ਸਨ। ਆਪਣੇ ਸਿੱਖ ਨੂੰ ਆਉਂਦਿਆਂ ਦੇਖ ਮੁਸਕਰਾ ਪਏ। ਦਿਆਲੂ ਤੇ ਕਿਰਪਾਲੂ ਸੱਚੇ ਪਾਤਸ਼ਾਹ ਦਿਆਲਤਾ ਵਿੱਚ ਆ ਗਏ। ਭਾਈ ਲੱਦਾ ਜੀ ਨੂੰ ਜੱਫੀ ਪਾ ਕੇ ਪੁੱਛਣ ਲੱਗੇ, ਭਾਈ ਲੱਦਾ ਜੀ ਇਹ ਸਾਂਗ ਕੀ ਵਰਤਾਇਆ ਹੈ। ਦਾਤਾ, ਅਸੀਂ ਜੀਵ ਭੁੱਲਣਹਾਰ ਤੇ ਪਾਪੀ ਹਾਂ। ਮਾਇਆ, ਅਹੰਕਾਰ ਤੇ ਸ਼ੈਤਾਨੀ ਬਲ ਸਾਡੀ ਆਤਮਾਵਾਂ ਉੱਤੇ ਧਰਨਾ ਮਾਰ ਕੇ ਬੈਠਾ ਹੈ। ਉਸ ਦੇ ਅਸਰ ਹੇਠ ਸਾਡੇ ਕੋਲ ਵੱਡੀਆਂ ਭੁੱਲਾਂ ਹੋ ਜਾਂਦੀਆਂ ਹਨ। ਸਾਡੀਆਂ ਭੁੱਲਾਂ ਨਾ ਚਿਤਾਰੋ, ਦਇਆ ਕਰੋ। ਪ੍ਰਭੂ ਖਿਮਾ ਕਰੋ। ਕੀ ਭੁੱਲ ਹੋ ਗਈ? ਗੁਰੂ ਜੀ ਨੇ ਪੁੱਛਿਆ। ਮੈਂ ਭੁੱਲ ਨਹੀਂ ਕੀਤੀ। ਮੈਂ ਤਾਂ ਆਪ ਜੀ ਦੀ ਆਗਿਆ ਦਾ ਉਲੰਘਣ ਕੀਤਾ ਹੈ। ਮੈਂ ਵਿਚੋਲਾ ਬਣ ਕੇ ਆਇਆ ਹਾਂ ਕਿ ਸੱਤੇ ਤੇ ਬਲਵੰਡ ਨੂੰ ਖਿਮਾ ਕਰੋ। ਉਹ ਕੀਤੀ ਦਾ ਫਲ ਪਾ ਚੁੱਕੇ ਹਨ। ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਹੈ। ਭਾਈ ਲੱਦਾ ਜੀ ਨੇ ਕਿਹਾ।
ਗੁਰੂ ਜੀ ਨੇ ਬਚਨ ਕੀਤਾ। ਭਾਈ ਲੱਦਾ ਜੀ, ਉਹ ਦੋਹਾਂ ਭਾਈਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਾ ਕੀਤੀ ਹੈ। ਜਿਸ ਜ਼ੁਬਾਨ ਨਾਲ ਨਿੰਦਾ ਕੀਤੀ ਨੇ ਉਸੇ ਨਾਲ ਉਸਤਤ ਕਰਨ ਤਾਂ ਉਹਨਾਂ ਦਾ ਦੁੱਖ ਦੂਰ ਹੋ ਸਕਦਾ ਹੈ। ਗੁਰੂ ਜੀ ਪਾਸੋਂ ਇਹ ਆਗਿਆ ਲੈ ਕੇ ਭਾਈ ਲੱਦਾ ਜੀ ਪਰਉਪਕਾਰੀ ਸੱਤੇ ਤੇ ਬਲਵੰਤ ਦੇ ਘਰ ਪਹੁੰਚੇ। ਦੋਹਾਂ ਭਾਈਆਂ ਨੂੰ ਬਾਹਰ ਸੱਦ ਕੇ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੁੜ ਹਾਜ਼ਰ ਹੋ ਗਏ। ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਸੱਤੇ ਤੇ ਬਲਵੰਤ ਨੇ ਉਹਨਾਂ ਦੀ ਮਹਿਮਾ ਦਾ ਵਰਣਨ ਕੀਤਾ, ਜੋ ਰਾਗ ਰਾਮਕਲੀ ਵਿੱਚ ਰਾਮਕਲੀ ਦੀ ਵਾਰ ਰਾਏ ਬਲਵੰਤ ਤਥਾ ਸੱਤੈ ਡੂਮ ਆਖੀ। ਜਦੋਂ ਇਹ ਵਾਰ ਸੰਪੂਰਨ ਹੋਈ ਤਾਂ ਸੱਤੇ ਤੇ ਡੂਮ ਦਾ ਕੋੜ ਦੂਰ ਹੋ ਗਿਆ। ਉਹਨਾਂ ਦਾ ਦੇਹੀ ਕੰਚਨ ਸਮਾਨ ਅਰੋਗ ਤੇ ਨਿਰਮਲ ਹੋ ਗਿਆ। ਇਸ ਮਹਾਨ ਕਥਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰਪੀਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਗੁਰੂ ਜੀ ਜੋ ਪਾਣਾ ਵਰਤਾਉਂਦੇ ਹਨ ਉਸ ਨੂੰ ਭਰੋਸੇ ਤੇ ਹੌਸਲੇ ਨਾਲ ਦੇਖਣਾ ਚਾਹੀਦਾ ਹੈ। ਭਾਈ ਲੱਦਾ ਜੀ ਵਾਂਗ ਪਰਉਪਕਾਰ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਹ ਸਾਖੀ ਨੂੰ ਜ਼ਰੂਰ ਸ਼ੇਅਰ ਕਰੋ ਤੇ ਆਪਣੇ ਬੱਚਿਆਂ ਨੂੰ ਵੀ